तेग बहादुर सिमरिए कर नाउ नित आवे ताए। तेग बहादुर सिमरिए कर नाउ नित आवे ताए। सतनाम ਧੰਨ ਵਾਹਿਗੁਰੂ ਜੀ। ਹੇ ਪ੍ਰਾਨ ਨਾਥ ਗੋਬਿੰਦੇ ਕਿਰਪਾ ਨਿਧਾਨ ਜਗਦ ਗੁਰੂ। हे संसार ताप हरने करुणा मैं सब दुख हरो। हे शरण जोग दयाले दीनानाथ मया करो। शरीर स्वस्थ खीन समय सिमरंत नानक राम दामोदर माधवे। श्री हर कृष्ण ध्याइयै जिस डिठै सब दुख जाए। तेग बहादुर सिमरियै कर नाउ नित आवे ताए। तेग बहादुर सिमरियै कर नाउ नित आवे ताए। सब थाई होए सहाय। परम सन्मानयोग जुगो जुग अटल धन गुरु ग्रंथ साहिब महाराज पातशाह जी की पावन पवित्र हजूरी अंदर नौवें गुरुदेव पातशाह धन गुरु तेग बहादुर महाराज जी के 400 साला प्रकाश शताब्दी ਨੂੰ ਸਮਰਪਿਤ ਹੋ ਕਰਕੇ ਆਪ ਸੰਗਤ ਦੇਸ਼ ਅਤੇ ਵਿਦੇਸ਼ ਦੇ ਅੰਦਰ ਸਤਿਗੁਰ ਮਹਾਰਾਜ ਜੀ ਦੇ ਪਾਵਨ ਜੀਵਨ ਗੁਰ ਇਤਿਹਾਸ ਨਾਲ ਜੁੜ ਰਹੇ ਹੋ। ਸਤਿਗੁਰ ਮਹਾਰਾਜ ਜੀ ਦੀ ਬਖਸ਼ਿਸ਼ ਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਿਛਲੇ ਦੀਵਾਨ ਦੇ ਵਿੱਚ ਆਪ ਜੀ ਨੇ ਸਰਵਣ ਕੀਤਾ ਸੀ ਕਿ ਸਤਿਗੁਰ ਮਹਾਰਾਜ ਜੀ ਕਿਰਪਾ ਕੀਤੀ ਖਿਆਲੇ ਪਿੰਡ ਦੇ ਅੰਦਰ ਖਿਆਲਾ ਕਲਾਂ ਦੇ ਅੰਦਰ ਸਤਿਗੁਰ ਮਹਾਰਾਜ ਜੀ ਨੇ ਪੰਡਤ ਗੁੱਜਰ ਰਾਮ 'ਤੇ ਕਿਰਪਾ ਕੀਤੀ। ਉਹਨੂੰ ਛੰਨੇ ਦੇ ਰੂਪ ਦੇ ਵਿੱਚ ਗੁਰੂ ਘਰ ਦੀ ਬਖਸ਼ਿਸ਼ ਕੀਤੀ ਜੋ ਅੱਜ ਵੀ ਉਹਨਾਂ ਦੇ ਕੋਲ ਹੈ। ਸਤਿਗੁਰੂ ਮਹਾਰਾਜ ਪਾਤਸ਼ਾਹ ਜੀ ਨੇ ਮੱਕੂ ਚੌਧਰੀ ਦੇ ਉੱਪਰ ਕਿਰਪਾ ਕਰਕੇ ਉਹਨੂੰ ਸੰਤਾਨ ਦੀ ਦਾਤ ਦੇ ਕਰਕੇ ਨਾਲ ਹੀ ਸਤਿਗੁਰੂ ਮਹਾਰਾਜ ਜੀ ਨੇ ਉਹਨਾਂ ਨੂੰ ਦਾਤ ਸੰਤਾਨ ਦੇ ਨਾਲ ਮਹਾਰਾਜ ਜੀ ਨੇ ਉਹਨਾਂ ਨੂੰ ਤਾਕਤ ਦਿੱਤੀ, ਉਹਨਾਂ ਨੂੰ ਚੌਧਰ ਪੁਣਾ ਦਿੱਤਾ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਇੱਥੋਂ ਅਨੇਕਾਂ ਜੀਵਾਂ ਦਾ ਉਧਾਰ ਕਰਦਿਆਂ ਕਈ ਨਗਰਾਂ ਦੇ ਵਿੱਚ ਰੁਕੇ। ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ ਮਾਝੇ ਦੇ ਵਿੱਚ ਵੀ ਕਿਰਪਾ ਕੀਤੀ, ਪਰ ਸਤਿਗੁਰੂ ਮਹਾਰਾਜ ਮਾਲਵੇ ਦੀ ਧਰਤੀ 'ਤੇ ਬਹੁਤ ਜ਼ਿਆਦਾ ਵਿਚਰੇ ਨੇ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਇੱਥੋਂ ਚੱਲਦਿਆਂ ਹੋਇਆਂ ਘੱਗਰ ਦਰਿਆ ਨੂੰ ਸਤਿਗੁਰੂ ਮਹਾਰਾਜ ਪਾਰ ਕਰਦੇ ਨੇ ਅਤੇ ਤਮਤਾਨ ਦੇ ਅਸਥਾਨ ਦੇ ਉੱਪਰ ਸਤਿਗੁਰੂ ਮਹਾਰਾਜ ਜਾ ਬਿਰਾਜੇ।
ਕੁਝ ਇਤਿਹਾਸਕਾਰ ਲਿਖਦੇ ਨੇ ਕਿ ਇਸੇ ਹੀ ਅਸਥਾਨ ਦੇ ਉੱਪਰ ਲਵ ਤੇ ਕੁਸ਼ ਜਿਹੜੇ ਸਨ ਉਹਨਾਂ ਨੇ ਰਾਮ ਦੀ ਫੌਜ ਦੇ ਨਾਲ ਜਿਹੜਾ ਸੀ ਇੱਥੇ ਯੁੱਧ ਕੀਤਾ। ਸਤਿਗੁਰੂ ਮਹਾਰਾਜ ਪਾਤਸ਼ਾਹ ਜੀ ਇਸ ਅਸਥਾਨ ਤੇ ਜਿਸ ਵੇਲੇ ਪਹੁੰਚਦੇ ਨੇ ਤੇ ਸਤਿਗੁਰੂ ਮਹਾਰਾਜ ਜੀ ਦੇ ਚਰਨਾਂ ਵਿੱਚ ਇੱਥੋਂ ਦਾ ਜਿਹੜਾ ਚੌਧਰੀ ਸੀ, ਜਿੰਦਾ ਨਾਂ ਇਤਿਹਾਸ ਨੇ ਲਿਖਿਆ ਹੈ ਦੱਗੋ ਚੌਧਰੀ, ਸਤਿਗੁਰੂ ਮਹਾਰਾਜ ਤੇ ਸਿੱਖਾਂ ਦੇ ਵਾਸਤੇ ਦੁੱਧ ਦੇ ਮਟਕੇ ਭਰ ਕਰਕੇ ਲੈ ਕੇ ਆਇਆ। ਸਤਿਗੁਰੂ ਮਹਾਰਾਜ ਦੇ ਸਨਮੁਖ ਲਿਆ ਕਰਕੇ ਜਦੋਂ ਦੁੱਧ ਦੇ ਮਟਕੇ ਲਿਖੇ ਰੱਖਣਾ ਕੀਤੇ ਤੇ ਇਹਨੇ ਕਿਹਾ ਕਿ ਮਹਾਰਾਜ ਇਸ ਦੁੱਧ ਨੂੰ ਪ੍ਰਵਾਨੋ, ਆਪ ਛਕਣਾ ਕਰੋ। ਸਤਿਗੁਰੂ ਮਹਾਰਾਜ ਪਾਤਸ਼ਾਹ ਨੇ ਇਨਕਾਰ ਕਰ ਦਿੱਤਾ, ਕਹਿ ਦਿੱਤਾ ਕਿ ਇਹ ਤੇਰਾ ਦੁੱਧ ਜਿਹੜਾ ਹੈ ਇਹ ਸਾਡੇ ਘਰ ਦੇ ਵਿੱਚ, ਬਾਬੇ ਨਾਨਕ ਦੇ ਘਰ ਦੇ ਵਿੱਚ ਇਹ ਪ੍ਰਵਾਨ ਨਹੀਂ। ਕਿਉਂਕਿ ਦੁਨਿਆਵੀ ਤੌਰ ਤੇ ਜਦੋਂ ਅਸੀਂ ਦੇਖਦੇ ਹਾਂ ਤੇ ਹੋ ਸਕਦਾ ਹੈ ਕਿ ਸਾਨੂੰ ਕਿਸੇ ਦੇ ਜੀਵਨ ਬਾਰੇ ਕੋਈ ਪਤਾ ਨਾ ਹੋਵੇ, ਭਾਵੇਂ ਕੋਈ ਸਾਡੇ ਕੋਲ ਹੀ ਕਿਉਂ ਨਾ ਬੈਠਾ ਹੋਵੇ, ਸਾਡੇ ਜੀਵਨ ਬਾਰੇ ਲਾਗੇ ਬੈਠੇ ਵਾਲੇ ਨੂੰ ਕੋਈ ਪਤਾ ਨਹੀਂ ਹੋਏਗਾ ਤੇ ਜਿਹੜਾ ਕੋਲ ਬੈਠਾ ਹੈ ਉਹਨੂੰ ਸਾਡੇ ਜੀਵਨ ਬਾਰੇ ਪਤਾ ਨਹੀਂ ਹੋਵੇਗਾ। ਪਰ ਗੁਰੂ ਐਸੀ ਸ਼ਖਸੀਅਤ ਹੈ, ਗੁਰੂ ਪਾਰ ਬ੍ਰਹਮ ਸਰੂਪ ਹੈ। ਸਤਿਗੁਰੂ ਮਹਾਰਾਜ ਸਾਡੇ ਹਿਰਦੇ ਦੀ ਜਾਣਦੇ ਨੇ ਕਿ ਸਾਡੇ ਮਨ ਦੇ ਵਿੱਚ ਫੁਰਨੇ ਵੀ ਕੈਸੇ ਚੱਲਦੇ ਨੇ, ਮਹਾਰਾਜ ਨੂੰ ਇਸ ਬਾਰੇ ਵੀ ਪਤਾ ਹੈ। ਸਤਿਗੁਰੂ ਮਹਾਰਾਜ ਗੁਰੂ ਨਾਨਕ ਦੇਵ ਜੀ ਦਾ ਇਤਿਹਾਸ ਪੜ੍ਹਦੇ ਆ ਨਾ, ਤੇ ਮਹਾਰਾਜ ਜੀ ਦੇ ਇਤਿਹਾਸ ਦੇ ਵਿੱਚੋਂ ਜਦੋਂ ਐਮਨਾਬਾਦ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜਾਂਦੇ ਨੇ ਤੇ ਐਮਨਾਬਾਦ ਦੀ ਧਰਤੀ ਦੇ ਉੱਤੇ ਸਤਿਗੁਰੂ ਮਹਾਰਾਜ ਭਾਈ ਲਾਲੋ ਦੇ ਘਰ ਵਿੱਚ ਗਏ। ਭਾਈ ਲਾਲੋ ਨੂੰ ਸਤਿਗੁਰੂ ਮਹਾਰਾਜ ਪਾਤਸ਼ਾਹ ਜੀ ਨੇ ਆਪ ਕਹਿ ਕਰਕੇ ਕਿਹਾ ਸੀ ਕਿ ਅਸੀਂ ਪ੍ਰਸ਼ਾਦਾ ਛਕਣਾ। ਉਹਨੇ ਕੋਸ਼ਿਸ਼ ਕੀਤੀ ਕਿ ਮੈਂ ਬਹੁਤ ਕੁਝ ਚੰਗਾ ਤਿਆਰ ਕਰਨ ਦਾ ਯਤਨ ਕਰਾਂ, ਪਰ ਸਤਿਗੁਰੂ ਮਹਾਰਾਜ ਕਹਿੰਦੇ ਨੇ ਨਹੀਂ ਲਾਲੋ, ਜੋ ਜੈਸਾ ਤੂੰ ਛਕਦਾ ਹੈ ਉਹੀ ਅਸੀਂ ਛਕਾਂਗੇ। ਕੋਦਰੇ ਦੀ ਰੋਟੀ ਸਤਿਗੁਰੂ ਮਹਾਰਾਜ ਜੀ ਨੇ ਉਸ ਵੇਲੇ ਉੱਥੇ ਛਕੀ, ਕਿਉਂਕਿ ਕੋਦਰਾ ਅੱਜ ਪੰਜਾਬ ਦੀ ਧਰਤੀ 'ਤੇ ਜਾਂ ਪੰਜਾਬ ਤੋਂ ਰਹਿਣ ਵਾਲੇ ਜਦੋਂ ਵਿਦੇਸ਼ਾਂ ਦੇ ਵਿੱਚ ਜਾ ਕੇ ਵਸੇ ਨੇ ਤੇ ਅੱਜ ਕਣਕ ਜਿਹੜੀ ਹੈ ਅਸੀਂ ਉਹਨੂੰ ਛਕਦੇ ਹਾਂ, ਪਰ ਕੋਦਰਾ ਜਿਹੜੀ ਹੈ ਇੱਥੋਂ ਇਸ ਧਰਤੀ ਦੀ, ਪੰਜਾਬ ਦੀ ਧਰਤੀ ਦੀ ਪੁਰਾਤਨ ਜਿਹੜੀ ਅਸੀਂ ਗੱਲ ਕਰਦੇ ਹਾਂ ਸੱਭਿਆਚਾਰ ਦੀ, ਇਹ ਇੱਥੋਂ ਦੀ ਮੂਲ ਫਸਲ ਸੀ ਕੋਦਰਾ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਕੋਦਰੇ ਦਾ ਪ੍ਰਸ਼ਾਦਾ ਛਕਿਆ। ਸਤਿਗੁਰੂ ਮਹਾਰਾਜ ਜੀ ਨੂੰ ਮਲਕ ਭਾਗੋ ਦੇ ਘਰ 'ਚੋਂ ਸੁਨੇਹਾ ਆ ਗਿਆ ਸੀ ਕਿ ਸਾਡੇ ਘਰ ਦੇ ਵਿੱਚ ਅਸੀਂ ਬ੍ਰਹਮ ਭੋਜ ਕੀਤਾ ਹੈ, ਬੜੇ ਬੜੇ ਪੰਡਿਤ ਗੁਣੀ ਗਿਆਨੀ ਆਏ ਨੇ, ਆਪ ਵੀ ਆ ਕੇ ਪ੍ਰਸ਼ਾਦਾ ਛਕਣਾ ਕਰੋ। ਗੁਰੂ ਨਾਨਕ ਦੇਵ ਮਹਾਰਾਜ ਇਨਕਾਰ ਕਰਦੇ ਨੇ। ਜਬਰੀ ਸਤਿਗੁਰੂ ਮਹਾਰਾਜ ਨੂੰ ਲੈ ਕੇ ਗਿਆ ਤੇ ਪੁੱਛਿਆ ਕਿ ਤੁਸੀਂ ਲਾਲੋ ਦੇ ਘਰ ਦੇ ਵਿੱਚ ਰੁੱਖੀਆਂ ਕੋਦਰੇ ਦੀਆਂ ਰੋਟੀਆਂ ਖਾਂਦੇ ਪਏ ਹੋ, ਮੇਰੇ ਘਰ ਦੇ ਵਿੱਚ ਤਾਂ 36 ਪ੍ਰਕਾਰ ਦੇ ਭੋਜਨ ਬਣੇ ਨੇ, ਆਪ ਇਹਨਾਂ ਭੋਜਨਾਂ ਨੂੰ ਕਿਉਂ ਨਹੀਂ ਛਕਦੇ? ਸਤਿਗੁਰੂ ਮਹਾਰਾਜ ਨੇ ਕਿਹਾ ਸੀ ਮਲਕ ਭਾਗੋ, ਉਹਦੀ ਕਿਰਤ ਸੁੱਚੀ ਹੈ ਤੇ ਤੇਰੀ ਕਿਰਤ ਮਾੜੀ ਹੈ। ਉਹਨੇ ਕਿਹਾ ਕਿ ਤੁਹਾਨੂੰ ਕਿਵੇਂ ਪਤਾ ਮੇਰੀ ਕਿਰਤ ਮਾੜੀ? ਸਤਿਗੁਰੂ ਮਹਾਰਾਜ ਕਹਿੰਦੇ ਜਿਹੜਾ ਤੂੰ ਲੋਕਾਂ ਦੇ ਨਾਲ ਠੱਗੀਆਂ ਕਰਦਾ ਹੈ, ਕਿਸੇ ਦਾ ਹੱਕ ਰੱਖ ਕੇ ਉਹਨੂੰ ਖਾ ਲੈਣਾ ਹੈ। ਸਤਿਗੁਰੂ ਮਹਾਰਾਜ ਕਹਿੰਦੇ ਨੇ ਉਸ ਹੱਕ ਦੀ ਜਿਹੜੀ ਕਮਾਈ ਤੂੰ ਖਾਣਾ ਪਿਆ ਹੈ ਨਾ, ਲੋਕਾਂ ਦਾ ਹੱਕ ਖਾਣਾ ਹੈ। ਮਹਾਰਾਜ ਕਹਿੰਦੇ ਨੇ ਬਸ ਇਹੀ ਕਮਾਈ ਜਿਹੜੀ ਹੈ ਇਹ ਲਹੂ ਦਾ ਕੰਮ ਕਰਦੀ ਹੈ, ਕਿਉਂਕਿ ਇਹ ਉਹਨਾਂ ਦਾ ਪਸੀਨਾ ਹੈ, ਉਹਨਾਂ ਦਾ ਪਸੀਨਾ ਮਜ਼ਦੂਰਾਂ ਦੇ ਪਸੀਨੇ ਨੂੰ ਤੂੰ ਖਾਂਦਾ ਪਿਆ, ਇਹਦਾ ਭਾਵ ਕਿ ਤੂੰ ਕਿਸੇ ਗਰੀਬ ਦਾ ਲਹੂ ਪੀਂਦਾ ਪਿਆ ਹੈ। ਸਤਿਗੁਰੂ ਮਹਾਰਾਜ ਜੀ ਨੇ ਉੱਥੇ ਉਹਨੂੰ ਸੱਚੀ ਕਿਰਤ ਦਾ ਉਪਦੇਸ਼ ਦੇਣਾ ਕੀਤਾ। ਸਤਿਗੁਰੂ ਮਹਾਰਾਜ ਪਾਤਸ਼ਾਹ ਬਾਣੀ ਦੇ ਵਿੱਚ ਵੀ ਕਿਰਪਾ ਕੀਤੀ। ਸਤਿਗੁਰੂ ਮਹਾਰਾਜ ਕਹਿੰਦੇ ਨੇ ਜੇ ਮੁਹਾਕਾ ਘਰ ਮੂਹੇ ਪਿਤਰੀ ਦੇਹ, ਅੱਗੇ ਵਸਤ ਸਜਾਨੀਏ ਪਿਤਰੀ ਚੋਰ ਕਰੇ। ਆਸਾ ਕੀ ਵਾਰ ਦੇ ਅੰਦਰ ਮਹਾਰਾਜ ਜੀ ਦੇ ਬਚਨ ਨੇ ਕਹਿਣ ਲੱਗੇ ਕਿ ਦੇਖੋ ਬੰਦਾ ਚੋਰੀ ਕਰਕੇ ਲਿਆ ਕੇ ਧਨ ਨੂੰ ਲੈ ਕੇ ਆਉਂਦਾ ਹੈ ਤੇ ਉਹ ਧਨ ਲਿਆ ਕਰਕੇ ਤੇ ਪੰਡਤ ਨੂੰ ਘਰੇ ਸੱਦਣਾ ਕੀਤਾ। ਪੰਡਤ ਨੂੰ ਸੱਦ ਕਰਕੇ ਆਪਣੇ ਪੂਰਵਜ ਜਿਹੜੇ ਗੁਜ਼ਰ ਚੁੱਕੇ ਸਨ ਉਹਨਾਂ ਦੇ ਸ਼ਰਾਧ ਕਰਾਉਣਾ ਕੀਤੇ। ਸਾਧ ਸੰਗਤ ਜੀ, ਗੁਰਮਤਿ ਦੇ ਵਿੱਚ ਸ਼ਰਾਧ ਵਾਸਤੇ ਕੋਈ ਵੀ ਥਾਂ ਨਹੀਂ, ਨਾ ਹੀ ਕੋਈ ਐਸੀ ਕੋਈ ਇਤਿਹਾਸ ਦੇ ਵਿੱਚ ਗੁਰੂ ਕੇ ਇਤਿਹਾਸ 'ਚ ਘਟਨਾ ਹੈ ਕਿ ਸਤਿਗੁਰੂ ਮਹਾਰਾਜ ਜੀ ਨੇ ਸ਼ਰਾਧ ਕੀਤਾ ਜਾਂ ਕਰਾਇਆ ਹੋਵੇ। ਸਤਿਗੁਰੂ ਮਹਾਰਾਜ ਕਹਿੰਦੇ ਨੇ ਜੀਵਤ ਪਿਤਰ ਨਾ ਮਾਨੇ ਕੋ ਮੂਇਆ ਸ਼ਰਾਧ ਕਰਾਹੀ। ਮਹਾਰਾਜ ਕਹਿੰਦੇ ਨੇ ਜਿਨ੍ਹਾਂ ਦੇ ਤੂੰ ਸ਼ਰਾਧ ਕਰਦਾ ਪਿਆ ਏ, ਮਹਾਰਾਜ ਕਹਿੰਦੇ ਨੇ ਉਹ ਤਾਂ ਕਿੱਥੋਂ ਮਿਲਣਾ ਹੈ? ਕੇਵਲ ਇਹ ਭੋਜਨ ਜਿਹੜਾ ਹੈ ਇਹ ਪੰਡਤ ਦੇ ਪੇਟ ਤੱਕ ਗਿਆ, ਤੇ ਜੇ ਉੱਥੋਂ ਤੱਕ ਨਹੀਂ ਗਿਆ ਤੇ ਜਿਹੜਾ ਬਚਿਆ ਖੁਚਿਆ ਸੀ ਉਹ ਜਦੋਂ ਸੁੱਟਿਆ ਤੇ ਉਹ ਕਾਵਾਂ ਤੇ ਚਿੜੀਆਂ ਨੇ ਖਾਧਾ। ਤੇਰੇ ਪਿਤਾ ਤੇਰੇ ਪੁਰਖਾਂ ਤੱਕ ਤਾਂ ਪਹੁੰਚਿਆ ਹੀ ਨਹੀਂ।
ਸਤਿਗੁਰ ਮਹਾਰਾਜ ਕਹਿੰਦੇ ਨੇ, ਜੇ ਮੁਹਾਕਾ ਘਰ ਮੂਹੇ ਪਿਤਰੀ ਦੇ ਅੱਗੇ ਵਸਤ ਸਜਾਨੀਏ, ਪਿਤਰੀ ਚੋਰ ਕਰੇ ਵੱਡੀਏ ਹੱਥ ਦਲਾਲ ਕੇ ਮੁਸਫੀ ਇਹ ਕਰੇ। ਮਹਾਰਾਜ ਜੀ ਨੇ ਉੱਥੇ ਉਦਾਹਰਨ ਦਿੱਤੀ, ਕਹਿੰਦੇ ਇੱਕ ਚੋਰ ਕਿਸੇ ਦੇ ਘਰ ਦੇ ਵਿੱਚ ਚੋਰੀ ਕੀਤੀ ਤੇ ਚੋਰੀ ਕਰਨ ਤੋਂ ਬਾਅਦ ਵਿੱਚ ਉਹ ਧਨ ਜਿਹੜਾ ਸੀ ਉਹਨੇ ਲੈ ਕੇ ਆਂਦਾ ਤੇ ਆਪਣੇ ਪਿੱਤਰਾਂ ਦਾ ਜਿਹੜਾ ਸੀ ਉਹਨੇ ਸਰਾਧ ਕਰਨਾ ਸ਼ੁਰੂ ਕਰ ਦਿੱਤਾ। ਪੰਡਤ ਆਇਆ, ਉਹਨੇ ਸਰਾਧ ਵੀ ਖਾਧਾ ਤੇ ਉਹਨੂੰ ਦਕਸ਼ਨਾ ਵੀ ਮਿਲੀ। ਹੁਣ ਮਹਾਰਾਜ ਕਹਿੰਦੇ ਨੇ ਕਿ ਜੇਕਰ ਉਹਦਾ ਖਾਧਾ ਜਾਂ ਉਹਨੂੰ ਮਿਲੀ ਦਕਸ਼ਨਾ ਅੱਗੇ ਪਹੁੰਚਦੀ ਹੈ ਤੇ ਇਹਦਾ ਮਤਲਬ ਕਿ ਜਿੰਦੇ ਘਰ ਦੇ ਵਿੱਚ ਚੋਰੀ ਹੋਈ ਉਹਦਾ ਧਨ ਅੱਗੇ ਜਦੋਂ ਗਿਆ ਉਹਦੇ ਵੀ ਬਜ਼ੁਰਗ ਮਰੇ ਹੋਣਗੇ ਤੇ ਜਿਹਨੇ ਚੋਰੀ ਕੀਤੀ ਉਹਦੇ ਵੀ ਬਜ਼ੁਰਗ ਮਰੇ ਹੋਣਗੇ। ਸਤਿਗੁਰੂ ਮਹਾਰਾਜ ਪਾਤਸ਼ਾਹ ਕਹਿੰਦੇ ਫਿਰ ਪਿੱਤਰੀ ਚੋਰ ਕਰੇ ਵੱਡੀਏ ਹੱਥ ਦਲਾਲ ਕੇ ਮੁਸਫੀ ਇਹੋ ਕਰੇ। ਮਹਾਰਾਜ ਕਹਿੰਦੇ ਨੇ ਫਿਰ ਪਿੱਤਰ ਦਰਗਾਹ ਦੇ ਵਿੱਚ ਚੋਰ ਬਣ ਗਏ ਤੇ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਨੇ ਵੱਡੀਏ ਹੱਥ ਦਲਾਲ ਕੇ, ਕਿ ਜਿੰਨੇ ਵਿੱਚ ਦਲਾਲੀ ਖਾਧੀ, ਜਿੰਨੇ ਵਿੱਚ ਵਿਚੋਲਗੀ ਕੀਤੀ ਕਿ ਮੈਂ ਵਿਚੋਲਗੀ ਕਰਦਾ, ਮੇਰਾ ਖਾਧਿਆ ਤੁਹਾਡੇ ਪਿੱਤਰਾਂ ਤੱਕਰ ਜਾਵੇਗਾ। ਸਤਿਗੁਰੂ ਮਹਾਰਾਜ ਪਾਤਸ਼ਾਹ ਕਹਿੰਦੇ ਨੇ ਕਿ ਫਿਰ ਉਹ ਪੰਡਤ ਵੀ ਦਲਾਲ ਜਿਹੜਾ ਸੀ ਉਹਦੇ ਵੀ ਹੱਥ ਵੱਢੇ ਜਾਣਗੇ। ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਇਹ ਸਿਧਾਂਤ ਦੱਸਿਆ ਕਿ ਜੇਕਰ ਚੋਰੀ ਕਰਕੇ ਤੇ ਗੁਰੂ ਘਰੇ ਦਿੱਤਾ ਜਾਵੇ, ਗੁਰੂ ਘਰੇ ਸੇਵਾ ਕਰੀ ਜਾਂਦੇ, ਮਹਾਰਾਜ ਕਹਿੰਦੇ ਉਹਦਾ ਲਾਭ ਕੋਈ ਨਹੀਂ। ਹੁਣ ਬੰਦਾ ਮਾਰਦਾ ਹੋਵੇ, ਠੱਗੀਆਂ ਚੋਰੀਆਂ ਕਰਦਾ ਹੋਵੇ, ਕਿਸੇ ਦਾ ਪਲਾਟ ਨੱਪ ਲਿਆ, ਕਿਸੇ ਦਾ ਧਨ ਮਾਰ ਲਿਆ, ਕਿਸੇ ਦੀ ਜ਼ਮੀਨ ਜਾਇਦਾਦ ਹੜਪ ਕੀਤੀ ਹੋਵੇ ਤੇ ਦੂਸਰੇ ਪਾਸੇ ਗੁਰਦੁਆਰੇ ਦੇ ਵਿੱਚ ਆ ਕਰਕੇ ਕਵੇ ਕਿ ਮੈਂ ਇੰਨਾ ਦਾਨ ਦੇ ਦਿੱਤਾ, ਪ੍ਰਬੰਧਕ ਤਾਂ ਭਾਵੇਂ ਕਹਿ ਦੇਣ ਕਿ ਬੜਾ ਚੰਗਾ, ਬੜਾ ਦਾਨੀ, ਬੜਾ ਪੁੰਨੀ, ਪਰ ਸਤਿਗੁਰੂ ਮਹਾਰਾਜ ਪਾਤਸ਼ਾਹ ਕਹਿੰਦੇ ਤੇਰਾ ਐਸਾ ਕੀਤਾ ਦਾਨ ਜਿਹੜਾ ਹੈ ਇਸ ਘਰ ਦੇ ਵਿੱਚ ਪ੍ਰਵਾਨ ਨਹੀਂ ਹੋਵੇਗਾ। ਦੁਨੀਆ ਦੀ ਵਡਿਆਈ ਤੇ ਭਾਵੇਂ ਤੂੰ ਖੱਟ ਲਵੇਂ ਕਿ ਲੋਕ ਕਹਿਣ ਕਿ ਬੜਾ ਦਾਨੀ ਬਣ ਗਿਆ, ਪਰ ਸਤਿਗੁਰੂ ਮਹਾਰਾਜ ਪਾਤਸ਼ਾਹ ਕਹਿੰਦੇ ਇਹ ਵਾਹ ਤੇ ਕੀਤੀ ਜਿਹੜੀ ਹੈ ਤੇਰੇ ਕੰਮ ਇੱਥੇ ਤੇ ਆ ਸਕਦੀ ਹੈ, ਪਰ ਇਹ ਨਾਲ ਤੇਰੇ ਨਹੀਂ ਜਾਵੇਗੀ। ਸਤਿਗੁਰੂ ਮਹਾਰਾਜ ਪਾਤਸ਼ਾਹ ਜੀ ਕਹਿੰਦੇ ਨੇ ਕਿ ਦੇ ਮੰਗੇ ਸਹਸਾ ਗੁਨਾ ਸੋਭ ਕਰੇ ਸੰਸਾਰ। ਬੰਦਾ ਸੰਸਾਰੀ ਬੰਦਾ ਇਸ ਕਰਕੇ ਦਿੰਦਾ ਪਿਆ ਹੈ ਕਿ ਸੰਸਾਰ ਦੇ ਵਿੱਚ ਮੇਰੀ ਸੋਭਾ ਹੋਵੇ ਤੇ ਜੋ ਮੈਂ ਦਿੱਤਾ ਹੈ ਉਹਦੇ ਬਦਲੇ ਮੈਨੂੰ ਬਹੁਤ ਕੁਝ ਮਿਲ ਸਕੇ। ਸਤਿਗੁਰੂ ਮਹਾਰਾਜ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਜਦੋਂ ਦੱਗੋ ਨੇ ਦੁੱਧ ਭੇਟ ਕੀਤਾ ਤੇ ਮਹਾਰਾਜ ਕਹਿੰਦੇ ਨੇ ਇੱਕ ਤਾਂ ਦੇਖੋ ਭਾਵੇਂ ਜ਼ੋਰ ਕੀਆ ਸੋ ਜ਼ੁਲਮ ਹੈ ਲੈ ਜਵਾਬ ਖੁਦਾਏ। ਮਹਾਰਾਜ ਕਹਿੰਦੇ ਨੇ ਜ਼ੋਰ ਕੀਤਾ, ਜ਼ੁਲਮ ਕਰਕੇ, ਜ਼ੋਰ ਆਪਣੀ ਤਾਕਤ ਦੇ ਨਾਲ ਕਿਸੇ ਤੇ ਵੀ ਜ਼ੁਲਮ ਕਰਦਾ ਪਿਆ ਹੈ। ਮਹਾਰਾਜ ਕਹਿੰਦੇ ਨੇ ਇਹ ਰੱਬ ਦੇ ਘਰ ਦੇ ਵਿੱਚ ਇਹ ਨਿਆਂ ਕੀਤਾ ਜਾਣਾ ਹੈ, ਇਹਦਾ ਸਜ਼ਾ ਤੈਨੂੰ ਮਿਲਣੀ ਹੈ। ਸਤਿਗੁਰ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਪਾਵਨ ਬਾਣੀ ਦੇ ਵਿੱਚੋਂ ਮਹਾਰਾਜ ਜੀ ਦੇ ਬਚਨ ਨੇ ਕਿ ਕੰਦੀ ਵਹਿਨ ਨ ਢਾਹੇ ਤਉ ਪੀ ਲੇਖਾ ਦੇਵਨਾ, ਜਿੱਧਰ ਰੱਬ ਰਜਾਏ ਵਹਿਨ ਤੇ ਦਾਹੂ ਗਾਉ ਕਰੇ। ਸਤਿਗੁਰ ਮਹਾਰਾਜ ਕਹਿੰਦੇ ਨੇ ਕਿ ਕੰਧ ਨੂੰ ਵੀ ਨਾ ਢਾਉਣਾ ਕਰ, ਉਹਦੇ ਵਿੱਚ ਵੀ ਜਾਨ ਰੱਬ ਨੇ ਪਾ ਕੇ ਰੱਖੀ ਹੈ, ਉਸ ਚੀਜ਼ ਦਾ ਵੀ ਤੈਨੂੰ ਲੇਖਾ ਦੇਣਾ ਪਵੇਗਾ। ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਉੱਥੇ ਫਿਰ ਉਹਨਾਂ ਨੇ ਆਖਿਆ, ਦੱਗੋ ਨੂੰ ਕਹਿਣ ਲੱਗੇ, ਚੌਧਰੀ ਦੱਗੋ ਦੇਖ ਤੂੰ ਇੱਕ ਤਾਂ ਲੋਕਾਂ ਦੀਆਂ ਜਬਰੀ ਜਿਹੜੀਆਂ ਸੀ ਮੱਝਾਂ ਖੋਲੀਆਂ, ਦੂਸਰਾ ਜਿਹੜਾ ਸੀ ਉਹਨਾਂ ਦਾ ਜਬਰੀ ਤੂੰ ਦੁੱਧ ਚੋਇਆ, ਕੱਟੇ ਵੱਛੇ ਉਹਨਾਂ ਦੇ ਬੱਚੇ ਜਿਹੜੇ ਸਨ ਉਹ ਤਰਸਦੇ ਰਹੇ, ਉਹ ਆਵਾਜ਼ਾਂ ਦਿੰਦੇ ਰਹੇ ਕਿ ਉਹਨਾਂ ਨੂੰ ਵੀ ਵਿੱਚੋਂ ਕੁਝ ਉਹਨਾਂ ਦੀ ਮਾਂ ਦਾ ਦੁੱਧ ਪ੍ਰਾਪਤ ਹੋ ਜਾਏ। ਜਬਰੀ ਤੂੰ ਦੁੱਧ ਲਿਆ ਕਰਕੇ ਸੰਗਤ ਦੀ ਸੇਵਾ ਕਰਨਾ ਚਾਹੁੰਦਾ ਹੈ। ਮਹਾਰਾਜ ਕਹਿੰਦੇ ਨੇ ਇਹ ਸੇਵਾ ਪ੍ਰਵਾਨ ਨਹੀਂ ਹੋਣੀ, ਕਿਉਂਕਿ ਜ਼ੋਰ ਕਰਕੇ ਜ਼ੁਲਮ ਕਰਕੇ ਇਹ ਤੂੰ ਲੈ ਕੇ ਆਇਆ ਹੈ। ਸਤਿਗੁਰੂ ਮਹਾਰਾਜ ਜੀ ਦੇ ਚਰਨਾਂ ਵਿੱਚ ਇਸ ਨੇ ਭੁੱਲ ਬਖਸ਼ਾਈ। ਫਿਰ ਇਹ ਘਰਾਂ ਨੂੰ ਗਏ ਜਿਹੜੇ ਇਹ ਦੱਗੋ ਤੇ ਇਹਦੇ ਸਾਥੀ ਸੀ, ਫਿਰ ਆਪਣੀਆਂ ਮੱਝਾਂ ਦਾ ਦੁੱਧ ਜਿਹੜਾ ਸੀ ਚੋ ਕਰਕੇ ਤਾਜ਼ਾ ਲੈ ਕੇ ਆਏ, ਉਹ ਸਤਿਗੁਰੂ ਮਹਾਰਾਜ ਜੀ ਨੂੰ ਭੇਟ ਕੀਤਾ। ਸਤਿਗੁਰੂ ਮਹਾਰਾਜ ਜੀ ਨੇ ਫਿਰ ਉਹ ਦੁੱਧ ਜਿਹੜਾ ਸੀ ਉਹ ਪ੍ਰਵਾਨ ਕੀਤਾ। ਸਤਿਗੁਰੂ ਮਹਾਰਾਜ ਬੈਠੇ ਤੇ ਸੰਗਤ ਦੇ ਬੇਨਤੀ ਕੀਤੀ, ਮਹਾਰਾਜ ਕਿਰਪਾ ਕਰੋ। ਸਤਿਗੁਰੂ ਮਹਾਰਾਜ ਨੇ ਫਿਰ ਕੁਝ ਪੈਸੇ ਜਿਹੜੇ ਸੀ ਇਹਨਾਂ ਨੂੰ ਦਿੱਤੇ। ਦੱਗੋ ਉੱਥੇ ਨਾਲ ਸਾਰੇ ਪ੍ਰਬੰਧਕ ਜਿਹੜੇ ਸਨ ਉਹ ਨਾਲ ਸਨ। ਮਹਾਰਾਜ ਨੇ ਕਿਹਾ ਪਿੰਡ ਵਾਲਿਆਂ ਨੂੰ ਕਿ ਅਸੀਂ ਕੁਝ ਮਾਇਆ ਤੁਹਾਨੂੰ ਦੇ ਕੇ ਚੱਲੇ ਹਾਂ, ਇਸ ਮਾਇਆ ਦੇ ਨਾਲ ਇੱਕ ਤਾਂ ਸਾਂਝਾ ਬਾਗ ਲਗਵਾਇਓ, ਦੂਸਰਾ ਸਤਿਗੁਰੂ ਮਹਾਰਾਜ ਪਾਤਸ਼ਾਹ ਜੀ ਨੇ ਕਿਹਾ, ਕਹਿਣ ਲੱਗੇ ਇੱਕ ਸਾਂਝਾ ਖੂਹ ਲਗਵਾਇਓ, ਤੁਹਾਡੇ ਕੰਮ ਆਵੇਗਾ, ਤੁਹਾਡੀਆਂ ਪੁਸ਼ਤਾਂ ਸੌਰਨਗੀਆਂ। ਪਰ ਹੋਇਆ ਕਿ ਇਹ ਜਿਹੜਾ ਦੱਗੋ ਸੀ ਕੁਝ ਸਮਾਂ ਤੱਕ ਗੁਰੂ ਦੇ ਉਪਦੇਸ਼ ਤੇ ਚੱਲਿਆ, ਆਪਣਾ ਆਪਾ ਭੇਟ ਕਰ ਦਿੱਤਾ
ਇੱਕ ਵਿਦਵਾਨ ਕਹਿੰਦੇ ਨੇ ਬੁੱਧੀ ਕਈ ਕਿਸਮ ਦੀ ਹੁੰਦੀ, ਇੱਕ ਨਰਮਦਾ ਬੁੱਧੀ ਕਿਹਾ ਜਾਂਦਾ ਹੈ। ਉਹ ਬੁੱਧੀ ਕਹਿੰਦੇ ਨੇ ਕਿ ਇਵੇਂ ਹੁੰਦੀ ਜਿਵੇਂ ਗੈਂਡੇ ਦੀ ਖੱਲ ਤੋਂ ਘੋੜੇ ਦੀ ਕਾਠੀ ਬਣਦੀ ਏ, ਤੇ ਉਸ ਕਾਠੀ ਘੋੜੇ ਦੀ ਜਿਹੜੀ ਕਾਠੀ ਬਣਾਈ ਜਾਂਦੀ ਏ, ਉਸ ਖੱਲ ਦੇ ਵਿੱਚ ਜੇਕਰ ਸੂਈ ਖਬੋਵੋ ਤਾਂ ਛੇਕ ਤਾਂ ਹੁੰਦਾ ਏ, ਪਰ ਜਦੋਂ ਸੂਈ ਬਾਹਰ ਖਿੱਚੀ ਜਾਂਦੀ ਹੈ ਤੇ ਛੇਕ ਬਿਲਕੁਲ ਮਿਲ ਜਾਂਦਾ, ਫਿਰ ਬੰਦ ਹੋ ਜਾਂਦਾ। ਉਸੇ ਤਰ੍ਹਾਂ ਇਹ ਇਸ ਬੁੱਧੀ ਵਾਲੇ ਲੋਕ ਇਵੇਂ ਦੇ ਹੁੰਦੇ ਨੇ ਕਿ ਕੁਝ ਕੁ ਸਮਾਂ ਅਸਰ ਰਹਿਣਾ, ਜਿੰਨੀ ਕੁ ਦੇਰ ਤੱਕ ਸੰਗਤ ਕੀਤੀ, ਤੇ ਜਦੋਂ ਸੰਗਤ ਤੋਂ ਬਾਹਰ ਗਏ ਤੇ ਫਿਰ ਮਨ ਉਸੇ ਤਰ੍ਹਾਂ ਦਾ ਹੋ ਗਿਆ, ਫਿਰ ਉਵੇਂ ਦੇ ਕਰਮ ਕਰਨੇ ਸ਼ੁਰੂ ਕਰ ਦਿੱਤੇ, ਫਿਰ ਉਵੇਂ ਦੇ ਖਿਆਲ ਅੰਦਰ ਆਉਣੇ ਸ਼ੁਰੂ ਹੋ ਗਏ। ਸਤਿਗੁਰ ਮਹਾਰਾਜ ਪਾਤਸ਼ਾਹ ਜੀ ਨੂੰ ਫਿਰ ਸਿੱਖਾਂ ਨੇ ਜਾ ਕੇ ਆਖਿਆ ਸੀ, ਮਹਾਰਾਜ ਖੂਹ ਜਿਹੜਾ ਹੈ ਇਸ ਦੱਗੋ ਨੇ ਆਪਣੀ ਪੈਲੀ ਆਪਣੀ ਜ਼ਮੀਨ ਦੇ ਵਿੱਚ ਲਗਵਾਇਆ, ਬਾਗ ਹੁਕਮ ਕੀਤਾ ਸੀ, ਮਹਾਰਾਜ ਬਾਗ ਵੀ ਇਹਨੇ ਆਪਣੀ ਥਾਂ ਦੇ ਵਿੱਚ ਲਗਵਾ ਲਿਆ। ਫਿਰ ਇਹਨੇ ਸਤਿਗੁਰ ਮਹਾਰਾਜ ਜੀ ਤੋਂ ਖਿਮਾ ਮੰਗੀ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਚਰਨਾਂ ਦੇ ਵਿੱਚ ਇੱਥੇ ਭਾਈ ਸਿੱਖ ਨੇ ਇੱਕ ਭਾਈ ਰਾਮਦੇਵ, ਜਿਨ੍ਹਾਂ ਨੂੰ ਇਤਿਹਾਸ ਨੇ ਭਾਈ ਮੀਹਾਂ ਕਰਕੇ ਸਤਿਕਾਰਿਆ ਹੈ, ਭਾਈ ਮੀਹਾਂ ਸਾਹਿਬ ਜੀ। ਸਤਿਗੁਰ ਮਹਾਰਾਜ ਪਾਤਸ਼ਾਹ ਜਿਸ ਵੇਲੇ ਇਸ ਧਮਧਾਨ ਦੀ ਧਰਤੀ ਤੇ ਮਹਾਰਾਜ ਬਿਰਾਜੇ ਨੇ, ਤੇ ਸਤਿਗੁਰੂ ਗੁਰੂ ਤੇਗ ਬਹਾਦਰ ਮਹਾਰਾਜ ਇਸ ਇਲਾਕੇ ਵਿੱਚ ਆਏ। ਇਹ ਇਲਾਕਾ ਥੋੜ੍ਹਾ ਰੇਤਲਾ ਹੋਣ ਕਰਕੇ ਇੱਥੇ ਪਾਣੀ ਦੀ ਵੀ ਬਹੁਤ ਕਮੀ ਸੀ ਤੇ ਧੂੜ ਮਿੱਟੀ ਗਰਮੀ ਵੀ ਜ਼ਿਆਦਾ ਸੀ। ਸਤਿਗੁਰ ਮਹਾਰਾਜ ਪਾਤਸ਼ਾਹ ਜੀ ਨੇ ਇੱਥੇ ਕਾਫੀ ਸਮਾਂ ਰੁਕੇ। ਮਹਾਰਾਜ ਜੀ ਨੇ ਸੰਗਤ ਕਰਨੀ, ਜਿੱਥੇ ਸੰਗਤ ਨੇ ਆ ਕੇ ਬੈਠਣਾ ਹੁੰਦਾ ਸੀ, ਉਪਦੇਸ਼ ਕਰਨਾ। ਸਤਿਗੁਰ ਮਹਾਰਾਜ ਜੀ ਨੇ ਭਾਈ ਮੀਹਾਂ ਜੀ ਜਿਹੜੇ ਸਨ, ਭਾਈ ਰਾਮਦੇਵ ਇਹਨਾਂ ਦਾ ਨਾਮ ਹੈ, ਭਾਈ ਮੀਹਾਂ ਜੀ ਉੱਥੇ ਗਾਗਰ ਜਿਹੜੀ ਸੀ ਜਲ ਦੀਆਂ ਭਰ ਕੇ ਲਿਆਉਣੀਆਂ ਤੇ ਉੱਥੇ ਤਰੌਂਕੀ ਜਾਣੀਆਂ। ਇਹਨਾਂ ਨੇ ਪੱਕਾ ਹੀ ਬਿੰਨੂ ਜਿਹੜਾ ਸੀ ਆਪਣੇ ਸਿਰ ਦੇ ਉੱਤੇ ਬੰਨਿਆ, ਗਾਗਰ ਭਰ ਲੈਣੀ ਤੇ ਸਿਰ ਤੇ ਸੀਸ ਤੇ ਰੱਖ ਕੇ ਲੈ ਆਉਣੀ। ਸਤਿਗੁਰੂ ਮਹਾਰਾਜ ਤੇ ਸੰਗਤ ਦੇ ਇਸ਼ਨਾਨ ਵਾਸਤੇ ਜਲ ਭਰਨਾ, ਲੰਗਰ ਵਾਸਤੇ ਜਲ ਜਿਹੜਾ ਸੀ ਇਹ ਭਾਈ ਮੀਹਾਂ ਜੀ ਭਰ ਕੇ ਲੈ ਕੇ ਆਉਣਾ। ਤੇ ਸਤਿਗੁਰੂ ਮਹਾਰਾਜ ਜੀ ਨੇ ਜਿਹੜੀਆਂ ਬਖਸ਼ਿਸ਼ਾਂ ਨੇ ਨਾ, ਅੱਗੇ ਜਾ ਕੇ ਆਪਾਂ ਇਸ ਦੇ ਬਾਰੇ ਵਿਚਾਰ ਵੀ ਕਰਾਂਗੇ ਕਿ ਸਤਿਗੁਰੂ ਮਹਾਰਾਜ ਗੁਰੂ ਹਰਿ ਰਾਏ ਸਾਹਿਬ ਜੀ ਤੋਂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਪ੍ਰਚਾਰ ਦੇ ਵਾਸਤੇ ਕਿ ਬਾਬਾ ਗੁਰਦਿੱਤਾ ਜੀ, ਇੱਕ ਤਾਂ ਬਾਬਾ ਸ੍ਰੀ ਚੰਦ ਸਾਹਿਬ ਜੀ ਨੂੰ ਦਿੱਤੇ, ਦੂਸਰਾ ਜਿਹੜਾ ਸੀ 4 ਧੂਵੇਂ ਤੇ 6 ਬਖਸ਼ਿਸ਼ਾਂ ਕਾਇਮ ਕੀਤੀਆਂ, ਜਿਨ੍ਹਾਂ ਨੇ ਬਹੁਤ ਸਾਰਾ ਜਿਹੜਾ ਸੀ ਉਹ ਸਿੱਖੀ ਦਾ ਪ੍ਰਚਾਰ ਕੀਤਾ। ਉਹਨਾਂ 10 ਦੇ ਵਿੱਚੋਂ ਜਿਹੜੇ ਸਨ ਇਹ ਭਾਈ ਮੀਹਾਂ ਰਾਮਦੇਵ ਜਿਹੜੇ ਸਨ ਇਹ ਵੀ ਇੱਕ ਬਖਸ਼ਿਸ਼ ਸਨ। ਸਤਿਗੁਰ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਉਹਨਾਂ ਨੇ ਹਰ ਵੇਲੇ ਗੁਰੂ ਦੀ ਸੇਵਾ ਦੇ ਵਿੱਚ ਰਹਿਣਾ। ਭਾਈ ਮੀਹਾਂ ਜੀ ਨੇ ਤੇ ਇੰਨਾ ਪਾਣੀ ਤਰੌਂਕਣਾ, ਤੇ ਸਤਿਗੁਰ ਮਹਾਰਾਜ ਜੀ ਕਹਿਣ ਲੱਗ ਪਏ ਕਿ ਕਹਿੰਦੇ ਰਾਮਦੇਵ ਤੂੰ ਇੰਨੀ ਸੇਵਾ ਕਰਦਾ ਹੈ, ਇੰਨਾ ਜਲ ਤਰੌਂਕਦਾ ਹੈ ਕਿ ਜਿਵੇਂ ਮੀਂਹ ਆ ਗਿਆ ਹੋਵੇ ਇੰਨਾ ਪਾਣੀ ਲੈ ਕੇ ਆਉਣਾ ਹੈ। ਭਾਈ ਮੀਹਾਂ ਉਹਨਾਂ ਦਾ ਨਾਂ ਪ੍ਰਸਿੱਧ ਹੋ ਗਿਆ। ਇੱਕ ਦਿਨ ਘਟਨਾ ਕੀ ਵਾਪਰੀ ਕਿ ਭਾਈ ਮੀਹਾਂ ਇਹ ਜਲ ਦੀ ਸੇਵਾ ਕਰਨ ਤੋਂ ਬਾਅਦ ਵਿੱਚ ਇਕਾਂਤ ਜਿਹਾ ਦੇਖਿਆ ਕਿ ਕੋਈ ਮੈਨੂੰ ਵੇਖਦਾ ਤੇ ਨਹੀਂ। ਅੱਜ ਤਾਂ ਸੇਵਾ ਕਰਨ ਵਾਲਾ ਬੰਦਾ ਆਪ ਦਿਖਾਉਂਦਾ ਹੈ ਨਾ ਕਿ ਮੈਨੂੰ ਲੋਕ ਵੇਖ ਕੇ ਕਹਿਣ ਕਿ ਮੈਂ ਬਹੁਤ ਸੇਵਾ ਕਰਦਾ ਜੀ, ਤੁਸੀਂ ਬਹੁਤ ਸੇਵਾ ਕਰਦੇ ਹੋ, ਇਵੇਂ ਲੋਕੀ ਮੇਰੇ ਬਾਰੇ ਆਖਣਾ ਸ਼ੁਰੂ ਕਰਨ, ਵਿਖਾ ਕੇ ਸੇਵਾ ਕਰੇਗਾ। ਇੱਕ ਪੰਥ ਦੇ ਵਿਦਵਾਨ ਹੋਏ ਨੇ, ਉਹ ਗੱਲ ਆਖਿਆ ਕਰਦੇ ਸੀ, ਕਹਿੰਦੇ ਸੇਵਾ ਤੇ ਬਾਣੀ ਪੜ੍ਹਨਾ, ਕਹਿੰਦੇ ਨੇ ਇਹ 2 ਤਰ੍ਹਾਂ ਦੇ ਲੋਕ ਕਰਦੇ ਨੇ, ਇੱਕ ਤਾਂ ਵਿਖਾਵਾ ਕਰਨ ਵਾਲਾ ਕਰੇਗਾ ਤੇ ਦੂਸਰਾ ਪ੍ਰੇਮੀ ਕਰੇਗਾ। ਪ੍ਰੇਮੀ ਸੇਵਾ ਕਰੇਗਾ ਤੇ ਉਹ ਵੀ ਛੁਪ ਕਰਕੇ ਲੁਕਾ ਕਰਕੇ ਕਰੇਗਾ ਕਿ ਮੈਨੂੰ ਕੋਈ ਇਹ ਨਾ ਆਖੇ ਕਿ ਤੂੰ ਸੇਵਾ ਬੜੀ ਕਰਦਾ। ਤੇ ਵਿਖਾਵਾ ਕਰਨ ਵਾਲਾ ਜਦੋਂ ਸੇਵਾ ਕਰੇਗਾ ਉਹ ਹੁੰਦਾ ਯਤਨ ਇਹ ਹੁੰਦਾ ਹੈ ਕਿ ਮੈਂ ਸੇਵਾ ਕਰਾਂ ਤੇ ਲੋਕ ਵੇਖ ਕੇ ਵਾਹ ਵਾਹ ਕਰਨ। ਇਸੇ ਤਰ੍ਹਾਂ ਜਦੋਂ ਬਾਣੀ ਪੜ੍ਹੇਗਾ ਪ੍ਰੇਮ ਵਾਲਾ ਤੇ ਚੁੱਪ ਕਰਕੇ ਪੜ੍ਹੇਗਾ ਕਿ ਮੇਰਾ ਅੰਦਰ ਟਿਕ ਜਾਏ, ਤੇ ਵਿਖਾਵੇ ਵਾਲਾ ਦਿਖਾ ਕੇ ਪੜ੍ਹੇਗਾ ਕਿ ਲੋਕ ਕਹਿਣ ਕਿ ਇਹ ਤਾਂ ਬਾਣੀ ਬੜੀ ਪੜ੍ਹਦਾ ਹੈ। ਸਤਿਗੁਰ ਮਹਾਰਾਜ ਪਾਤਸ਼ਾਹ ਜੀ ਦੀ ਦਰ ਤੇ ਭਾਈ ਮੀਹਾਂ ਸੇਵਾ ਕਰਦੇ ਹੋਇਆਂ ਉਹਨਾਂ ਨੇ ਤੱਕਿਆ ਕਿ ਚਲੋ ਕੁਝ ਸਮਾਂ ਸੀ, ਥੋੜ੍ਹਾ ਸਮਾਂ ਬਚਿਆ, ਪਾਸੇ ਬੈਠੇ, ਦਸਤਾਰ ਖੋਲੀ, ਇਹਨੂੰ ਸਿਰ ਦੇ ਉੱਤੋਂ ਉਤਾਰਿਆ, ਛੋਟੀ ਕੇਸਕੀ ਜਦੋਂ ਖੋਲੀ ਤੇ ਕੇਸਾਂ ਦੇ ਜਿਹੜੇ ਵਿੱਚ ਜ਼ਖਮ ਹੋ ਚੁੱਕਿਆ ਸੀ, ਸਿਰ ਦੇ ਵਿੱਚ ਖੂਨ ਜਿਹੜਾ ਸੀ ਉਹ ਜੰਮ ਚੁੱਕਿਆ ਸੀ। ਕੇਸਕੀ ਖੋਲ ਕੇ ਉਹ ਆਪਣੇ ਵਾਲ ਨਖੇੜਨ ਦਾ, ਉਹਨਾਂ ਨੂੰ ਖੂਨ ਜਿਹਦੇ ਨਾਲ ਜੁੜੇ ਹੋਏ ਕੇਸ ਜਿਹੜੇ ਸਨ ਉਹਨਾਂ ਨੂੰ ਵੱਖ ਕਰਨ ਦਾ ਯਤਨ ਕਰਦੇ ਪਏ ਨੇ। ਇੰਨੇ ਨੂੰ ਮਾਤਾ ਨਾਨਕੀ ਜੀ ਨੇ ਤੱਕਿਆ ਹੈ। ਮਾਤਾ ਨਾਨਕੀ ਜੀ ਨੇ ਜਦੋਂ ਦੇਖ ਲਿਆ ਤੇ ਭਾਈ ਮੀਹਾਂ ਨੇ ਦਵਾ ਦਵ ਆਪਣੇ ਕੇਸ ਬੰਨੇ, ਦਸਤਾਰ ਬੰਨੀ, ਗਾਗਰ ਸਿਰ ਦੇ ਉੱਤੇ ਰੱਖੀ ਤੇ ਫਿਰ ਉੱਠ ਕੇ ਤੁਰ ਪਏ।
ਮਾਤਾ ਨਾਨਕੀ ਜੀ ਸਤਿਗੁਰੂ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਕੋਲ ਆਏ ਤੇ ਸਤਿਗੁਰੂ ਮਹਾਰਾਜ ਜੀ ਦੇ ਕੋਲ ਆ ਕਰਕੇ ਆਖਣ ਲੱਗੇ, ਹੇ ਸਤਿਗੁਰੂ, ਤੂੰ ਲੋਕਾਂ ਦੇ ਅੰਦਰ ਦੀਆਂ ਜਾਣਦਾ ਹੈ, ਲੋਕਾਂ ਨੂੰ ਖੁਸ਼ੀਆਂ ਦਿੰਦਾ ਹੈ, ਲੋਕਾਂ ਤੇ ਕਿਰਪਾ ਕਰਦਾ ਹੈ। ਆ ਤੇਰੇ ਦਰ ਤੇ ਰੋਜ਼ ਗਾਗਰ ਢੋਣ ਵਾਲਾ ਰਾਮਦੇਵ ਭਾਈ ਮੀਹਾਂ ਕਿਤੇ ਇਹਦੇ ਵੱਲੇ ਵੀ ਤਰਸ ਦੀ ਨਿਗਾਹ ਨਾਲ ਦੇਖ। ਕਹਿਣ ਲੱਗੇ ਸਤਿਗੁਰੂ ਮਹਾਰਾਜ ਕਿ ਮਾਂ ਕੱਲ ਕੀ ਤੁਸੀਂ ਖੁੱਲ੍ਹ ਕੇ ਕਿਉਂ ਨਹੀਂ ਦੱਸਦੇ? ਕਹਿਣ ਲੱਗੇ ਉਹ ਰੋਜ਼ ਗਾਗਰ ਹਰ ਵੇਲੇ ਸਿਰ ਤੇ ਢੋਂਦਾ ਹੈ ਤੇ ਉਹਦੇ ਸਿਰ ਦੇ ਉੱਤੇ ਗਾਗਰ ਢੋਣ ਦੇ ਨਾਲ ਜ਼ਖਮ ਹੋ ਚੁੱਕੇ ਨੇ ਮਹਾਰਾਜ, ਉਹਦੇ ਸਿਰ ਦੇ ਵਿੱਚ ਪੀੜਾ ਹੁੰਦੀ ਹੋਏਗੀ, ਆਪ ਤੱਕਦੇ ਕਿਉਂ ਨਹੀਂ, ਦੇਖਦੇ ਕਿਉਂ ਨਹੀਂ? ਸਤਿਗੁਰੂ ਗੁਰੂ ਤੇਗ ਬਹਾਦਰ ਮਹਾਰਾਜ ਨੇ ਕਿਹਾ ਸੀ, ਮਾਂ ਜਾ ਕੇ ਰਾਮਦੇਵ ਭਾਈ ਮੀਹੇ ਨੂੰ ਪੁੱਛਣਾ, ਉਹਦੇ ਸਿਰ ਦੇ ਵਿੱਚ ਜ਼ਖਮ ਜ਼ਰੂਰ ਨੇ। ਉਹ ਸਿਰ ਦੇ ਉੱਤੇ ਗਾਗਰ ਜਦੋਂ ਰੱਖਦਾ ਹੈ ਕਦੀ ਉਹਦੇ ਸਿਰ ਦੇ ਵਿੱਚੋਂ ਕਦੀ ਚੀਸ ਵੀ ਨਿਕਲੀ। ਮਾਂ ਜਾ ਕੇ ਉਹਨੂੰ ਪੁੱਛਿਓ, ਜਦੋਂ ਉਹ ਸਿਰ ਦੇ ਉੱਤੇ ਗਾਗਰ ਰੱਖਦਾ ਹੈ ਜ਼ਖਮ ਉਹਦੇ ਸੀਸ ਦੇ ਵਿੱਚ ਨੇ ਤੇ ਚੀਸ ਜਿਹੜੀ ਹੈ ਉਹ ਸਾਡੇ ਸੀਨੇ ਦੇ ਵਿੱਚ ਪੈਂਦੀ ਆ। ਸਿੱਖ ਦੀ ਤਾਂ ਗੁਰੂ ਪੀੜਾ ਵੀ ਜੜ ਲੈਂਦਾ ਹੈ, ਆਪਣੇ ਤੇ ਲੈ ਆਉਂਦਾ ਹੈ, ਭਾਵੇਂ ਉਹ ਮੱਖਣ ਸ਼ਾਹ ਦਾ ਜਹਾਜ਼ ਸੀ ਤੇ ਭਾਵੇਂ ਉਹ ਭਾਈ ਮੀਹਾਂ ਦੇ ਸਿਰ ਦੇ ਉੱਤੇ ਰੱਖੀ ਗਾਗਰ ਦੇ ਨਾਲ ਜ਼ਖਮ ਸੀ। ਮਹਾਰਾਜ ਸਿੱਖ ਦੀ ਪੀੜਾ ਨੂੰ ਜਾਣਦੇ ਆ। ਸਤਿਗੁਰੂ ਮਹਾਰਾਜ ਪਾਤਸ਼ਾਹ ਜੀ ਨੇ ਫਿਰ ਭਾਈ ਮੀਹੇ ਨੂੰ ਸੱਦਿਆ। ਸਤਿਗੁਰੂ ਮਹਾਰਾਜ ਭਾਈ ਮੀਹੇ ਨੂੰ ਸੱਦ ਕਰਕੇ ਸਤਿਗੁਰੂ ਮਹਾਰਾਜ ਜੀ ਨੇ ਆਪ ਫਿਰ ਉਹ ਇਹਨੂੰ ਜਿਹੜਾ ਸੀ ਸਿਰ ਤੋਂ ਉਤਾਰਿਆ। ਸਤਿਗੁਰੂ ਮਹਾਰਾਜ ਪਾਤਸ਼ਾਹ ਜੀ ਨੇ ਭਾਈ ਮੀਹੇ ਦੇ ਉੱਤੇ ਬਖਸ਼ਿਸ਼ ਕਰਕੇ ਕਿਹਾ, ਭਾਈ ਮੀਹਿਆ ਤੂੰ ਬੜੀ ਕਿਰਪਾ ਕੀਤੀ, ਬੜੀ ਸੇਵਾ ਕੀਤੀ ਹੈ। ਸਤਿਗੁਰੂ ਮਹਾਰਾਜ ਪਾਤਸ਼ਾਹ ਕਹਿੰਦੇ ਨੇ ਹੁਣ ਤੈਨੂੰ ਇੱਥੇ ਬਹੁਤਾ ਯਤਨ ਕਰਨ ਦੀ ਲੋੜ ਨਹੀਂ, ਹੁਣ ਇਹ ਸੇਵਾ ਦਾ ਮੀਂਹ ਜਿਹੜਾ ਹੈ ਇਹ ਤੂੰ ਹੁਣ ਇਸ ਇਲਾਕੇ ਤੋਂ ਬਾਹਰ ਨਿਕਲ ਕੇ ਵੀ ਸਤਿਗੁਰੂ ਮਹਾਰਾਜ ਕਹਿੰਦੇ ਨੇ ਵਰਤਾਉਣਾ ਕਰ। ਸਤਿਗੁਰੂ ਮਹਾਰਾਜ ਨੇ ਫਿਰ ਇਹਦੇ ਤੇ ਬਖਸ਼ਿਸ਼ ਕੀਤੀ। ਮਹਾਰਾਜ ਧੰਨ ਗੁਰੂ ਤੇਗ ਬਹਾਦਰ ਜੀ ਨੇ ਇੱਕ ਨਗਾਰਾ ਦਿੱਤਾ, ਇੱਕ ਝੰਡਾ ਦਿੱਤਾ ਤੇ ਇੱਕ ਦੱਖਣੀ ਬੈਲ ਦਿੱਤਾ। ਮਹਾਰਾਜ ਨੇ ਕਿਹਾ ਇਸ ਬੈਲ ਦੇ ਉੱਪਰ ਨਗਾਰਾ ਰੱਖੀ ਤੇ ਜਿਹੜੇ ਨਗਰ 'ਚ ਜਾ ਕੇ ਵਜਾਏਗਾ ਉੱਥੇ ਨਾਲੇ ਗੁਰਬਾਣੀ ਦਾ ਪ੍ਰਚਾਰ ਕਰੀ। ਭਾਈ ਮੀਹੇ ਨੇ ਫਿਰ ਯੂਪੀ ਦੇ ਇਲਾਕੇ ਦੇ ਵਿੱਚ ਸਹਾਰਨਪੁਰ ਦੇ ਇਲਾਕੇ ਦੇ ਵਿੱਚ ਜਾ ਕੇ ਬਹੁਤ ਪ੍ਰਚਾਰ ਕੀਤਾ। ਇਹ ਸਤਿਗੁਰੂ ਮਹਾਰਾਜ ਜੀ ਦੀ ਬਖਸ਼ਿਸ਼ ਸੀ ਕਿ ਗੁਰੂ ਜਦੋਂ ਕਿਰਪਾ ਕਰਨ ਤੇ ਆਉਂਦਾ ਹੈ ਤੇ ਜਿਸ ਦਿਨ ਸਿੱਖੀ ਪੱਕਦੀ ਹੈ, ਜਿਸ ਦਿਨ ਸੇਵਾ ਸਫਲ ਹੁੰਦੀ, ਉਸ ਦਿਨ ਸਤਿਗੁਰੂ ਆਪ ਆਵਾਜ਼ ਮਾਰ ਕੇ ਜਿਹੜਾ ਹੈ ਉਹ ਬਖਸ਼ਿਸ਼ਾਂ ਕਰਦਾ। ਸੰਸਾਰੀ ਉਦਨ ਕੁਛ ਦਿੰਦਾ ਹੈ ਕਿ ਜਦੋਂ ਬਹੁਤਾ ਕੋਈ ਅੱਗੇ ਹੋ ਕੇ ਖਲੋਂਦਾ ਹੈ ਕਿ ਮੈਂ ਤੁਹਾਡਾ ਹਮਦਰਦ ਹਾਂ, ਮੈਂ ਤੁਹਾਡਾ ਜਿਹੜਾ ਹੈ ਵਿਸ਼ਵਾਸ ਪਾਤਰ, ਪਰ ਗੁਰੂ ਦੇਖਦਾ ਹੈ ਕਿ ਇਹ ਭਾਂਡਾ ਅਜੇ ਕੱਚਾ ਹੈ ਕਿ ਪੱਕਾ। ਜਿਸ ਦਿਨ ਸੇਵਾ ਸਫਲ ਹੁੰਦੀ, ਮਹਾਰਾਜ ਦੇ ਸਾਹਮਣੇ ਕੋਈ ਸਿਫਾਰਿਸ਼ਾਂ ਕਰਨ ਦੀ ਲੋੜ ਨਹੀਂ ਪੈਂਦੀ ਕਿ ਇਹ ਸਿੱਖ ਬਣ ਗਿਆ ਜਾਂ ਇਹ ਸੇਵਾਦਾਰ ਬਣ ਗਿਆ, ਚੰਗੀ ਸੇਵਾ ਕਰਦਾ। ਗੁਰੂ ਫਿਰ ਆਪ ਆਵਾਜ਼ ਮਾਰ ਕਰਕੇ ਬਖਸ਼ਿਸ਼ ਕਰਦਾ ਹੈ। ਗੁਰੂ ਕਿਰਪਾ ਕਰੇ ਆਪਾਂ ਅਗਲੇ ਦੀਵਾਨ ਦੇ ਵਿੱਚ ਜਿਵੇਂ ਗੁਰੂ ਹਰਿਰਾਏ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ, ਗੁਰੂ ਹਰਗੋਬਿੰਦ ਸਾਹਿਬ ਮਹਾਰਾਜ, ਗੁਰੂ ਤੇਗ ਬਹਾਦਰ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ, ਇਹਨਾਂ ਨੇ ਇਹ 10 ਧੂਏ ਜਿਹੜੇ 4 ਧੂਏ ਤੇ 6 ਬਖਸ਼ਿਸ਼ਾਂ ਸਨ, ਇਹਨਾਂ ਨੂੰ ਕਿਵੇਂ ਸਤਿਗੁਰੂ ਮਹਾਰਾਜ ਨੇ ਨਵਾਜਿਆ ਅਗਲੇ ਦੀਵਾਨ ਦੇ ਵਿੱਚ ਆਪਾਂ ਸਰਵਣ ਕਰਾਂਗੇ। ਬੋਲਦਿਆਂ ਹੋਈਆਂ ਬੇਅੰਤ ਭੁੱਲਾਂ ਦੀ ਖਿਮਾ। ਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੇਗ ਬਹਾਦਰ ਸਿਮਰਿਐ ਕਰ ਨਾਉ ਨਿਤ ਆਵੇ ਤਾਏ। ਤੇਗ ਬਹਾਦਰ ਸਿਮਰਿਐ ਕਰ ਨਾਉ